ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਨਿਤਨੇਮ ਦੀ ਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਪਿਛਲੀ ਕਥਾ ਵਿੱਚ ਆਪਾਂ ਦਾਨ ਦੀ ਗੱਲ ਕਰ ਰਹੇ ਸਾਂ। ਅੱਜ ਦੀ ਜੋ ਵਿਚਾਰ ਭਾਈ ਮਣੀ ਸਿੰਘ ਜੀ ਨੇ ਸਾਨੂੰ ਦਿੱਤੀ ਹੈ, ਉਹ ਹੈ ਨੇਮ ਕਲਾ। ਸੋ ਭਾਈ ਸਾਹਿਬ ਜੀ ਨੇਮ ਦੇ ਸੰਬੰਧ ਵਿੱਚ ਲਿਖਦੇ ਨੇ, ਜੋ ਨੇਮ ਬੰਨ੍ਹਣਾ ਸੋ ਨਿਭਾਉਣਾ। ਤੇ ਨੇਮ ਦੇ ਅਰਥ ਕੀ ਨੇ, ਇਹ ਮਹਾਨ ਕੋਸ਼ ਵਿੱਚ ਲਿਖੇ ਹੋਏ ਨੇ। ਅਸੂਲ, ਨਿਯਮ, ਦਸਤੂਰ ਜਾਂ ਪ੍ਰਣ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇਮ ਦੇ ਅਰਥ ਕਰਦੇ ਨੇ ਨਿਤ ਦੀ ਕਾਰ। ਸੋ ਜੋ ਨੇਮ ਬੰਨ੍ਹਣਾ ਸੋ ਨਿਭਾਉਣਾ ਤੋਂ ਮਤਲਬ ਹੈ ਕਿ ਜੋ ਆਪਾਂ ਆਪਣੀ ਜ਼ਿੰਦਗੀ ਵਿੱਚ ਅਸੂਲ ਬਣਾਈਏ, ਜੋ ਆਪਣੀ ਜ਼ਿੰਦਗੀ ਵਿੱਚ ਪ੍ਰਣ ਕਰੀਏ ਕਿਸੇ ਨਾਲ ਜਾਂ ਆਪਣੇ ਆਪੇ ਨਾਲ, ਜੋ ਸਾਡੇ ਜੀਵਨ ਦਾ ਦਸਤੂਰ ਬਣ ਜਾਏ, ਜਾਂ ਜੋ ਸਾਡੇ ਜੀਵਨ ਦੀ ਨਿਤਾ ਪ੍ਰਤੀ ਦੀ ਕਾਰ ਹੋਵੇ, ਜੋ ਅਸੀਂ ਨਿਯਮ ਬਣਾ ਲਈਏ, ਜੋ ਅਸੂਲ ਬਣਾ ਲਈਏ, ਉਹਨਾਂ ਉੱਤੇ ਫਿਰ ਪਹਿਰਾ ਦਈਏ, ਉਹਨਾਂ ਨੂੰ ਜੀਵਨ ਵਿੱਚ ਅਪਣਾਈਏ। ਸੋ ਅਸਲ ਵਿੱਚ ਨੇਮ ਦੇ ਸਿਰਫ ਇੰਨੇ ਹੀ ਅਰਥ ਨੇ ਕਿ ਜੋ ਆਪਾਂ ਆਪਣੇ ਜੀਵਨ ਵਿੱਚ ਪ੍ਰਣ ਜਾਂ ਨਿਯਮ ਬਣਾ ਲਈਏ, ਉਸ ਨੂੰ ਜ਼ਿੰਦਗੀ ਵਿੱਚ ਫਾਲੋ ਕਰੀਏ ਜਾਂ ਨਿਭਾਈਏ। ਅਸੀਂ ਜਦੋਂ ਪਰਮੇਸ਼ਵਰ ਦੀ ਬਣਾਈ ਹੋਈ ਕੁਦਰਤ ਵੱਲ ਝਾਤੀ ਮਾਰਦੇ ਹਾਂ, ਤੇ ਪਰਮੇਸ਼ਵਰ ਦੀ ਬਣਾਈ ਹੋਈ ਹਰ ਚੀਜ਼ ਉਹ ਕਿਸੇ ਨਿਯਮਬੱਧ ਤਰੀਕੇ ਵਿੱਚ ਚੱਲ ਰਹੀ ਹੈ। ਅਸੀਂ ਜ਼ਿਆਦਾ ਲੰਬੀ ਝਾਤ ਨਾ ਮਾਰੀਏ, ਪਰ ਜੇ ਇੰਨਾ ਕੀ ਵੇਖੀਏ ਕਿ ਪਰਮੇਸ਼ਵਰ ਨੇ ਇਸ ਬ੍ਰਹਿਮੰਡ ਦੇ ਅੰਦਰ ਸਭ ਤੋਂ ਮੁੱਖ ਰੂਪ ਵਿੱਚ ਸੂਰਜ ਨੂੰ ਰੱਖਿਆ। ਸੂਰਜ ਨਾਲ ਹੀ ਸਾਡੀ ਜੀਵਨ ਰੌਂ ਚੱਲਦੀ ਏ, ਸੂਰਜ ਤੋਂ ਸਾਨੂੰ ਐਨਰਜੀ ਮਿਲਦੀ ਏ, ਸੂਰਜ ਦੇ ਕਾਰਨ ਹੀ ਇਹ ਬ੍ਰਹਿਮੰਡ ਚੱਲ ਰਿਹਾ ਹੈ। ਇਸ ਤਰ੍ਹਾਂ ਆਖ ਲਈਏ, ਜੋ ਸੂਰਜ ਦੀ ਨਿਯਮਬੱਧਤਾ ਹੈ, ਜੇ ਉਹਦੇ ਵੱਲ ਅਸੀਂ ਝਾਤੀ ਮਾਰੀਏ, ਦਿੱਤੇ ਹੋਏ ਠੀਕ ਸਮੇਂ 'ਤੇ ਸੂਰਜ ਨਿਕਲਦਾ ਹੈ, ਦਿੱਤੇ ਹੋਏ ਠੀਕ ਸਮੇਂ 'ਤੇ ਸੂਰਜ ਛਿਪ ਜਾਂਦਾ ਹੈ। ਉਸ ਸੂਰਜ ਦੀ ਗਤੀ ਨਾਲ ਸੂਰਜ ਏਕੋ ਰੁੱਤ ਅਨੇਕ ਆਪਣੇ ਨਿਯਮਬੱਧ ਤਰੀਕੇ ਦੇ ਨਾਲ ਰੁੱਤਾਂ ਬਣਦੀਆਂ ਨੇ, ਦਿਨ ਤੇ ਰਾਤ ਬਣਦੇ ਨੇ। ਜੇ ਅਸੀਂ ਚੰਦਰਮਾ ਵੱਲ ਝਾਤੀ ਮਾਰੀਏ ਤੇ ਉਹ ਆਪਣੇ ਵਾਹਿਗੁਰੂ ਜੀ ਵੱਲੋਂ ਦਿੱਤੇ ਹੋਏ ਨਿਯਮ ਅਨੁਸਾਰ ਵੱਧਦਾ ਰਹਿੰਦਾ, ਘਟਦਾ ਰਹਿੰਦਾ, ਪੂਰਾ ਹੁੰਦਾ, ਇੱਕ ਦਿਨ ਗਾਇਬ ਹੋ ਜਾਂਦਾ। ਇਹ ਜਿਹੜਾ ਉਹਦਾ ਦਸਤੂਰ ਹੈ ਜਾਂ ਨਿਯਮ ਹੈ, ਇਹ ਪਰਮਾਤਮਾ ਵੱਲੋਂ ਹੈ ਤੇ ਸਦੀਵ ਕਾਲ ਲਈ ਉਹ ਜਾਰੀ ਰੱਖਦਾ, ਕਦੀ ਉਹਦੇ ਵਿੱਚ ਉਕਾਈ ਨਹੀਂ ਹੁੰਦੀ। ਸੋ ਕੁਦਰਤ ਦੇ ਬਣਾਏ ਹੋਏ ਨਿਯਮ ਅਟੱਲ ਨੇ। ਇਹਨਾਂ ਨਿਯਮਾਂ ਨੂੰ ਹੀ ਕੁਦਰਤ ਦਾ ਜਾਂ ਵਾਹਿਗੁਰੂ ਜੀ ਦਾ ਹੁਕਮ ਆਖਿਆ ਜਾਂਦਾ ਹੈ। ਕੁਦਰਤ ਵਿੱਚ ਅਸੀਂ ਕੇਵਲ ਮਨੁੱਖ ਜਾਤੀ ਹੀ ਨਹੀਂ,
ਬਹੁਤ ਸਾਰੀਆਂ ਹੋਰ ਜਾਤੀਆਂ ਵੀ ਵੱਸਦੀਆਂ ਨੇ। ਜੇ ਕਦੀ ਤੁਸੀਂ ਥੋੜ੍ਹਾ ਜਿਹਾ ਅੰਮ੍ਰਿਤ ਵੇਲੇ ਦਾ ਉੱਠਣ ਦਾ ਅਭਿਆਸ ਬਣਾਓ ਤੇ ਆਪਣੇ ਉੱਠਣ ਤੋਂ ਪਹਿਲਾਂ ਛੋਟੇ ਛੋਟੇ ਪੰਛੀ ਜਾਗ ਜਾਂਦੇ ਨੇ ਤੇ ਉਹ ਦਰਖਤਾਂ ਉੱਤੇ ਬੈਠੇ, ਆਪਣੇ ਆਲ੍ਹਣਿਆਂ ਵਿੱਚ ਬੈਠੇ, ਆਪਣੇ ਨਿਵਾਸ ਸਥਾਨ ਤੇ ਬੈਠੇ ਕਿੰਨੀ ਸੋਹਣੀ ਆਵਾਜ਼ ਵਿੱਚ ਉਹ ਅੰਮ੍ਰਿਤ ਵੇਲੇ ਰੱਬ ਦੀ ਭਗਤੀ ਕਰਦੇ ਨੇ, ਜਿਸ ਨੂੰ ਅਸੀਂ ਪੰਛੀਆਂ ਦਾ ਚਹਿਚਹਾਉਣਾ ਆਖਦੇ ਹਾਂ। ਉਹਨਾਂ ਦਾ ਟਾਈਮ ਕਦੀ ਅੱਗੇ ਪਿੱਛੇ ਨਹੀਂ ਹੁੰਦਾ। ਅਸੀਂ ਉੱਠੀਏ ਨਾ ਉੱਠੀਏ ਸਾਡੀ ਆਪਣੀ ਮਰਜ਼ੀ ਏ, ਪਰ ਉਹ ਕੁਦਰਤ ਵੱਲੋਂ ਬਣਿਆ ਹੋਇਆ ਜੋ ਉਹਨਾਂ ਦਾ ਨਿਯਮ ਹੈ, ਜੋ ਅਸੂਲ ਹੈ, ਉਸ ਨੂੰ ਕਦੇ ਨਹੀਂ ਤੋੜਦੇ। ਮੀਂਹ ਪਵੇ, ਹਨੇਰੀ ਆਵੇ, ਬਰਫ਼ ਪਵੇ, ਜੋ ਮਰਜ਼ੀ ਹੁੰਦਾ ਰਵੇ, ਉਹਨਾਂ ਨੇ ਆਪਣੇ ਸਮੇਂ 'ਤੇ ਉੱਠ ਕੇ ਪ੍ਰਭੂ ਦੀ ਭਗਤੀ ਵਿੱਚ ਜੁੜਨਾ ਹੀ ਜੁੜਨਾ ਹੈ। ਫਿਰ ਸ਼ਾਮ ਪੈਂਦੀ ਏ, ਸ਼ਾਮ ਦਾ ਵੇਲਾ ਵੀ ਉਹਨਾਂ ਦਾ ਬੜਾ ਹੀ ਬੱਝਾ ਹੋਇਆ ਹੈ। ਸ਼ਾਮ ਦੇ ਵੇਲੇ ਵੀ ਉਹ ਆਪਣੀ ਪ੍ਰਭੂ ਭਗਤੀ ਵਿੱਚ ਕਿੰਨੀ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਜੁੜਦੇ ਨੇ। ਅਸੀਂ ਸੌਣ ਨੂੰ ਭਾਵੇਂ 12 ਵਜਾ ਦਈਏ, ਭਾਵੇਂ 1 ਵੱਜ ਜਾਏ, ਪਰ ਉਹ ਸੰਧਿਆ ਤੋਂ ਛੇਤੀ ਬਾਅਦ ਹੀ ਆਪਣੇ ਆਪਣੇ ਆਲ੍ਹਣਿਆਂ ਵਿੱਚ ਜਾ ਕੇ ਸੌਂ ਜਾਂਦੇ ਨੇ ਤੇ ਅੰਮ੍ਰਿਤ ਵੇਲੇ ਫਿਰ ਉੱਠ ਪੈਂਦੇ ਨੇ। ਅਸੀਂ ਸਮੇਂ ਦੀ ਉਲੰਘਣਾ ਕਰਦੇ ਹਾਂ, ਉਹ ਕਦੇ ਨਹੀਂ ਕਰਦੇ। ਇਸੇ ਤਰ੍ਹਾਂ ਇਸ ਕੁਦਰਤ ਦੇ ਵਿੱਚ ਬੇਅੰਤ ਚੀਜ਼ਾਂ ਤੁਸੀਂ ਝਾਤੀ ਮਾਰ ਕੇ ਵੇਖੋ, ਗਿਣੀਆਂ ਜਾ ਸਕਦੀਆਂ ਨੇ। ਫੁੱਲਾਂ ਦਾ ਖਿੜਨਾ, ਫੁੱਲਾਂ ਦਾ ਮੁਰਝਾ ਜਾਣਾ, ਇਸ ਧਰਤੀ ਉੱਤੇ ਚਸ਼ਮਿਆਂ ਦਾ ਚੱਲਣਾ, ਸਾਗਰ ਦਾ ਇੱਕ ਨਿਯਮਬੱਧ ਰੂਪ ਵਿੱਚ ਟਿਕੇ ਰਹਿਣਾ, ਇਹ ਸਾਰੀਆਂ ਚੀਜ਼ਾਂ ਬੜੀਆਂ ਅਸੂਲ ਵਿੱਚ ਤੇ ਕਿਸੇ ਦਸਤੂਰ ਵਿੱਚ ਟਿਕੀਆਂ ਹੋਈਆਂ ਨੇ। ਸੋ ਇਹਨਾਂ ਤੋਂ ਅਸੀਂ ਜਾਂਚ ਸਿੱਖੀਏ, ਇਹਨਾਂ ਤੋਂ ਸਿੱਖਿਆ ਲਈਏ ਕਿ ਅਸੀਂ ਜੋ ਇਸ ਬ੍ਰਹਿਮੰਡ ਦੇ ਅੰਦਰ ਸ਼੍ਰੋਮਣੀ ਜਾਤੀ ਕਹੇ ਜਾਂਦੇ ਹਾਂ, ਕੀ ਅਸੀਂ ਆਪਣੇ ਅਸੂਲਾਂ 'ਤੇ ਕਾਇਮ ਹਾਂ? ਜੋ ਅਸੀਂ ਜੀਵਨ ਵਿੱਚ ਅਸੂਲ ਬਣਾਉਂਦੇ ਹਾਂ, ਕੀ ਅਸੀਂ ਉਹਨਾਂ ਉੱਤੇ ਦ੍ਰਿੜਤਾ ਦੇ ਨਾਲ ਪਹਿਰਾ ਦਿੰਦੇ ਹਾਂ? ਜੇ ਦਿੰਦੇ ਹਾਂ ਤਾਂ ਬਹੁਤ ਭਲੀ ਗੱਲ ਹੈ, ਜੇ ਨਹੀਂ ਦਿੰਦੇ ਤੇ ਫਿਰ ਯਤਨ ਕਰੀਏ। ਅਸੀਂ ਪਸ਼ੂਆਂ ਤੇ ਪੰਛੀਆਂ ਤੋਂ ਵੀ ਪਿੱਛੇ ਰਹਿ ਗਏ ਹਾਂ। ਕਮ ਸੇ ਕਮ ਉਹਨਾਂ ਦੇ ਬਰਾਬਰ ਤਾਂ ਆ ਜਾਈਏ। ਅੱਗੇ ਲੰਘਣਾ ਤੇ ਬੜੀ ਖੁਸ਼ ਨਸੀਬੀ ਦੀ ਗੱਲ ਹੈ। ਆਓ ਅਸੀਂ ਵੇਖਦੇ ਹਾਂ, ਸਾਡਾ ਜੀਵਨ ਰੋਜ਼ਮਰਾ ਦੀ ਜ਼ਿੰਦਗੀ ਜਿਸ ਨੂੰ ਆਪਾਂ ਆਖਦੇ ਹਾਂ, ਜਦੋਂ ਆਪਾਂ ਸਵੇਰੇ ਜਾਗਦੇ ਹਾਂ, ਨੀਂਦ ਤੋਂ ਉੱਠਦੇ ਹਾਂ, ਉਦੋਂ ਸ਼ੁਰੂ ਹੁੰਦਾ ਹੈ। ਉਸ ਨੂੰ ਸਾਡੇ 24 ਘੰਟਿਆਂ ਦਾ ਜੋ ਸਮਾਂ ਹੈ, ਦਿਨ ਤੇ ਰਾਤ ਜਿਸ ਨੂੰ ਆਖਦੇ ਹਾਂ, ਮੈਂ ਇਹਨਾਂ 4 ਹਿੱਸਿਆਂ ਵਿੱਚ ਵੰਡਿਆ ਹੈ ਤੇ ਗੁਰਬਾਣੀ ਨੇ ਪਹਿਲਾਂ ਹੀ ਇਹ ਵੰਡ ਕੀਤੀ ਹੋਈ ਹੈ। ਗੁਰੂ ਜੀ ਨੇ ਆਖਿਆ, ਰੈਨ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਨਾ। ਇਹ 3 ਸ਼ਬਦ ਮੈਂ ਉੱਥੋਂ ਹੀ ਲਏ ਨੇ ਗੁਰੂ ਜੀ ਦੀ ਬਾਣੀ ਵਿੱਚੋਂ। ਪ੍ਰਭਾਤ, ਦਿਨਸ, ਸੰਧਿਆ ਤੇ ਰੈਨ। ਸੰਧਿਆ ਸ਼ਬਦ ਜਿਹੜਾ ਹੈ ਭਾਈ ਗੁਰਦਾਸ ਜੀ ਪਾਸੋਂ ਲਿਆ ਹੈ ਮੈਂ। ਉਹ ਕਹਿੰਦੇ ਨੇ, ਸੰਧਿਆ ਸਮੇਂ ਸੁਣੇ ਰਹਿ ਰਾਸ। ਸੋ ਅਸੀਂ ਇਹ 4 ਵਕਤ ਨੇ ਸਾਡੇ ਜੀਵਨ ਵਿੱਚ ਜੋ ਨਿਤਾ ਪ੍ਰਤੀ ਸਵੇਰੇ ਸ਼ੁਰੂ ਹੁੰਦੇ ਨੇ ਤੇ ਅਗਲੀ ਸਵੇਰ ਤੱਕ ਚੱਲਦੇ ਨੇ। ਇਹਨਾਂ ਵੱਲ ਤੁਸੀਂ ਧਿਆਨ ਦਿਓ। ਅਸੀਂ ਪ੍ਰਭਾਤ ਵੇਲੇ ਉੱਠਦੇ ਹਾਂ ਤੇ ਪ੍ਰਭਾਤ ਵੇਲੇ ਉੱਠ ਕੇ ਅਸੀਂ 2 ਕਰਮ ਕਰਨੇ ਹੁੰਦੇ ਨੇ। ਜੇ ਆਪਾਂ ਅਸੂਲ ਬਣਾਇਆ ਹੈ ਤੇ ਚੰਗਾ, ਨਹੀਂ ਬਣਾਇਆ ਤੇ ਕੋਸ਼ਿਸ਼ ਕਰੀਏ ਇਸ ਅਸੂਲ ਨੂੰ ਕਾਇਮ ਕਰੀਏ। ਉਹ ਕੀ ਨੇ 2 ਚੀਜ਼ਾਂ? ਸਭ ਤੋਂ ਪਹਿਲੀ ਗੱਲ, ਸਾਨੂੰ ਕਰ ਇਸ਼ਨਾਨ ਦਾ ਹੁਕਮ ਗੁਰੂ ਜੀ ਨੇ ਬਾਣੀ ਵਿੱਚ ਦਿੱਤਾ ਹੋਇਆ ਹੈ। ਇਸ਼ਨਾਨ ਕਰੋ, ਸਰੀਰ ਕਿਸੇ ਕਾਰਨ ਨਾ ਮੰਨਦਾ ਹੋਵੇ, 5 ਇਸ਼ਨਾਨਾਂ ਕਰੋ, ਦਾਤਨ ਕੁਰਲਾ ਕਰੋ, ਸਰੀਰ ਦੀ ਸਫਾਈ ਕਰੋ। ਇਹ ਇੱਕ ਕਰਮ ਹੈ ਪਹਿਲਾ। ਉੱਠਦਿਆਂ ਸਾਰ ਵਾਹਿਗੁਰੂ ਵਾਹਿਗੁਰੂ ਆਖਦਿਆਂ ਉੱਠਣਾ ਤੇ ਇਹ ਕਾਰਜ ਕਰਨਾ, ਇਹ ਪ੍ਰਭਾਤ ਦਾ ਪਹਿਲਾ ਕਰਮ ਹੈ। ਉਸ ਤੋਂ ਬਾਅਦ ਆਪਣੇ ਆਸਨ 'ਤੇ ਬੈਠਣਾ, ਜਿੱਥੇ ਵੀ ਹੋਵੇ, ਜ਼ਮੀਨ 'ਤੇ ਹੋਵੇ, ਮੰਜੇ 'ਤੇ ਹੋਵੇ, ਸੋਫੇ 'ਤੇ ਹੋਵੇ, ਬਾਹਰ ਹੋਵੇ, ਅੰਦਰ ਹੋਵੇ, ਕਿਤੇ ਵੀ ਹੋਵੇ।
ਇਕਾਂਤ ਵਿੱਚ ਬੈਠਣਾ, ਟਿਕਾ ਵਿੱਚ ਬੈਠਣਾ ਤੇ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨਾ, ਇਹ ਸਾਡੀ ਸਿੱਖ ਰਹਿਤ ਮਰਿਆਦਾ ਆਖਦੀ ਹੈ। ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨਾ ਓਨਾ ਚਿਰ ਕਰਨਾ ਜਿੰਨਾ ਤੁਹਾਡੇ ਕੋਲ ਸਮਾਂ ਹੈ, ਤੇ ਵੱਧ ਤੋਂ ਵੱਧ ਕਰਨਾ। ਇੱਥੇ ਕੋਈ ਟਾਈਮ ਦੀ ਪਾਬੰਦੀ ਨਹੀਂ ਕਿ 5 ਮਿੰਟ ਕਰਨਾ ਹੈ, 5 ਘੰਟੇ ਕਰਨਾ ਹੈ, ਕੁਛ ਐਸਾ ਨਹੀਂ। ਪਰ ਸਾਨੂੰ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਕਰੀਏ। ਜਿੰਨਾ ਵੱਧ ਕਰ ਸਕੀਏ ਓਨਾ ਹੀ ਸਾਡੇ ਭਲੇ ਲਈ ਹੈ ਤੇ ਸਾਡੇ ਲਈ ਚੰਗਾ ਹੈ। ਸਿਮਰਨ ਕਰਨ ਤੋਂ ਬਾਅਦ ਗੁਰੂ ਕੀ ਪਵਿੱਤਰ ਬਾਣੀ ਦਾ ਪਾਠ ਕਰਨਾ। ਸੋ ਇਹ ਦੋ ਚੀਜ਼ਾਂ ਪ੍ਰਭਾਤ ਨਾਲ ਸੰਬੰਧਿਤ ਨੇ। ਸਰੀਰ ਦੀ ਸਫਾਈ, ਇਸ਼ਨਾਨ ਆਦਿਕ, ਦਾਤਨ ਕੁਰਲਾ ਆਦਿਕ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਤੇ ਸਤਿਗੁਰੂਆਂ ਦੀ ਪਵਿੱਤਰ ਬਾਣੀ ਦਾ ਪਾਠ। ਫਿਰ ਹੈ ਦਿਨਸ। ਦਿਨਸ ਵਿੱਚ ਅਸੀਂ ਕਈ ਚੀਜ਼ਾਂ ਕਰਨੀਆਂ ਨੇ। ਵਿਦਿਆਰਥੀਆਂ ਨੇ ਵਿਦਿਆ ਪੜ੍ਹਨੀ ਹੈ, ਪੜ੍ਹਾਉਣ ਵਾਲਿਆਂ ਨੇ ਪੜ੍ਹਾਉਣੀ ਹੈ, ਕਿਰਤ ਕਰਨ ਵਾਲਿਆਂ ਨੇ ਕੰਮ ਧੰਦੇ ਨੂੰ ਜਾਣਾ ਹੈ। ਆਪਣਾ ਚਾਹ ਪਾਣੀ ਛਕਿਆ ਤੇ ਕੰਮ ਧੰਦੇ ਨੂੰ ਚਲੇ ਗਏ। ਸਾਡਾ ਅਸੂਲ ਹੈ, ਨਿਯਮ ਹੈ। ਔਰ ਇਸ ਨਿਯਮ ਦੇ ਨਾਲ ਕੁਝ ਚੀਜ਼ਾਂ ਬੜੀਆਂ ਸੰਬੰਧਿਤ ਨੇ। ਉਹ ਨੇਮ ਨਾਲ ਸੰਬੰਧਿਤ ਨੇ। ਉਹ ਕੀ ਨੇ ਕਿ ਸਾਨੂੰ ਕੰਮ ਵਾਲਿਆਂ ਨੇ ਇੱਕ ਸਮਾਂ ਸਾਡੇ ਲਈ ਨਿਯਤ ਕੀਤਾ ਹੁੰਦਾ ਹੈ ਕਿ ਅਸੀਂ 6 ਵਜੇ, 8 ਵਜੇ, 7 ਵਜੇ, 9 ਵਜੇ, 10 ਵਜੇ ਕੰਮ ਸ਼ੁਰੂ ਕਰਨਾ ਹੈ, 8 ਘੰਟੇ ਕਰਨਾ ਹੈ। ਅਸੀਂ ਠੀਕ ਟਾਈਮ 'ਤੇ ਪਹੁੰਚਦੇ ਹਾਂ, ਠੀਕ ਟਾਈਮ 'ਤੇ ਕੰਮ ਛੱਡਦੇ ਹਾਂ। ਜੇਕਰ ਅਸੀਂ ਉਸ ਨਿਯਮ ਦੀ ਉਲੰਘਣਾ ਕਰੀਏ, ਪਹਿਲੀ ਗੱਲ ਤੇ ਜਾਪ ਜਾਂਦੀ ਰਹੇਗੀ। ਜੇ ਨਹੀਂ ਵੀ ਜਾਂਦੀ ਕਿਸੇ ਕਾਰਨ, ਤੇ ਜਿੰਨੇ ਅਸੀਂ ਵਰਕਰ ਹੁੰਨੇ ਆ ਉੱਥੇ ਕੰਮ ਕਰਨ ਵਾਲੇ, ਜੇ ਅਸੀਂ ਸਾਰੇ ਜਣੇ ਉਸ ਨਿਯਮ ਦੀ ਉਲੰਘਣਾ ਕਰੀਏ ਤੇ ਕੰਮ ਫੇਲ ਹੋ ਜਾਏਗਾ। 8 ਵਜੇ ਦਾ ਟਾਈਮ ਮੰਨ ਲਓ ਦਿੱਤਾ ਹੈ, ਕੋਈ 10 ਵਜੇ ਤੁਰਿਆ ਆਵੇ, ਕੋਈ 12 ਵਜੇ ਤੁਰਿਆ ਆਵੇ, ਕੋਈ ਸ਼ਾਮੀ ਤੁਰਿਆ ਆਵੇ, ਕੋਈ ਸਵੇਰੇ ਆ ਜਾਏ, ਕੋਈ ਆਵੇ ਹੀ ਨਾ, ਤੇ ਕੰਮ ਕਿਵੇਂ ਚੱਲੇਗਾ? ਇੱਥੋਂ ਵੀ ਅਸੀਂ ਸਿੱਖ ਸਕਦੇ ਹਾਂ ਕਿ ਨਿਯਮ ਹੋਣਾ ਅਤ ਜ਼ਰੂਰੀ ਹੈ। ਜੇ ਸਾਡਾ ਸਮਾਂ ਕਿਸੇ ਨਿਯਮ ਵਿੱਚ ਨਹੀਂ, ਕਿਸੇ ਦਸਤੂਰ ਵਿੱਚ ਨਹੀਂ, ਕੋਈ ਸਾਡੇ ਕਰਮ ਦਾ ਅਸੂਲ ਨਹੀਂ, ਅਸੀਂ ਕਰਮ ਠੀਕ ਢੰਗ ਨਾਲ ਨਹੀਂ ਕਰ ਪਾਵਾਂਗੇ। ਮਿਸਾਲ ਦੇ ਤੌਰ 'ਤੇ ਅਸੀਂ ਗੁਰੂ ਘਰ ਆਉਂਦੇ ਹਾਂ ਅਤੇ ਅਸੀਂ 7 ਵਜੇ ਪਾਠ ਸ਼ੁਰੂ ਕਰਦੇ ਹਾਂ ਰਹਿਰਾਸ ਸਾਹਿਬ ਦਾ, ਅਤੇ ਜੇ ਮੈਂ 5 ਵਜੇ ਹੀ ਕਰਕੇ ਬਹਿ ਜਾਂ ਵੀ ਮੈਂ ਤਾਂ ਅੱਜ ਕਿਤੇ ਜਾਣਾ ਸੀ ਅਤੇ 5 ਵਜੇ ਹੀ ਕਰਦੇ ਹਾਂ, ਜਾਂ ਮੈਂ ਅੱਜ ਲੇਟ ਹੋ ਗਿਆ ਚਲੋ ਮੈਂ 9 ਵਜੇ ਪਾਠ ਕਰ ਲਾਂ, ਇਹ ਅਸੂਲ ਚੱਲੇਗਾ ਨਹੀਂ। ਇੱਕ ਨਿਯਮਬੱਧਤਾ ਇਹ ਬੜੀ ਹੀ ਜ਼ਰੂਰੀ ਹੈ। ਸੋ ਸਾਰੇ ਦਿਨ 'ਚ ਅਸੀਂ ਕੀ ਕਰਨਾ? ਦਿਨਸ ਦੀ ਗੱਲ ਕਰਦੇ ਹਾਂ। ਨਿਯਮਬੱਧ ਸਮੇਂ ਅਨੁਸਾਰ ਅਸੀਂ ਕੰਮ ਧੰਦਾ ਕਰਨਾ ਹੈ। ਫਿਰ ਕੁਝ ਸਮਾਜਿਕ ਸੇਵਾਵਾਂ ਕਰਨੀਆਂ ਨੇ, ਕੁਝ ਪਰਿਵਾਰਕ ਜ਼ਿੰਮੇਵਾਰੀਆਂ ਨੇ, ਉਹ ਨਿਭਾਉਣੀਆਂ ਨੇ। ਬੱਚਿਆਂ ਨਾਲ ਸਮਾਂ ਬਿਤਾਉਣਾ ਹੈ, ਉਹਨਾਂ ਦੀ ਦੇਖਭਾਲ ਕਰਨੀ ਹੈ, ਉਹਨਾਂ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ ਹੈ। ਇਹ ਸਾਰੇ ਕੰਮ ਸਾਡੇ ਦਿਨ ਦੇ ਨੇ। ਇਹਨਾਂ ਨੂੰ ਪ੍ਰਭਾਤ ਨਾਲ ਨਹੀਂ ਜੋੜਨਾ ਚਾਹੀਦਾ, ਅਤੇ ਪ੍ਰਭਾਤ ਦੇ ਕੰਮਾਂ ਨੂੰ ਦਿਨ ਦੇ ਕੰਮਾਂ ਨਾਲ ਨਹੀਂ ਜੋੜਨਾ ਚਾਹੀਦਾ। ਵੇਖੋ, ਹਰ ਚੀਜ਼ ਦਾ ਆਪਣਾ ਇੱਕ ਨਿਯਮ ਹੈ, ਅਤੇ ਹਰ ਸਮੇਂ 'ਤੇ ਇੱਕ ਚੀਜ਼ ਕੀਤੀ ਜਾਂਦੀ। ਉਹ ਸਮਾਂ ਸਾਨੂੰ ਜਿਸ ਚੀਜ਼ ਲਈ ਉਸੇ ਨੂੰ ਹੀ ਦੇਣਾ ਚਾਹੀਦਾ। ਬਸ ਇੰਨੀ ਕੁ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ। ਸਾਰਾ ਦਿਨ ਅਸੀਂ ਇਹ ਸਾਰਾ ਕੰਮ ਕੀਤਾ ਜੋ ਮੈਂ ਉੱਤੇ ਗਿਣਿਆ ਹੈ। ਹੁਣ ਕੀ ਹੈ ਕਿ ਸੰਧਿਆ ਸ਼ਬਦ ਸੰਧੀ ਤੋਂ ਬਣਿਆ ਹੋਇਆ, ਅਤੇ ਇਹਦਾ ਮਤਲਬ ਹੁੰਦਾ ਹੈ ਦਿਨ ਅਤੇ ਰਾਤ ਜਿੱਥੇ ਜਾ ਕੇ ਇਹਨਾਂ ਦਾ ਮਿਲਾਪ ਹੁੰਦਾ ਹੈ ਨਾ, ਉਸ ਨੂੰ ਸੰਧਿਆ ਆਖਦੇ ਨੇ। ਦਿਨ ਚਲਾ ਗਿਆ, ਰਾਤ ਆ ਗਈ ਹੈ, ਇੱਕ ਇਹਨਾਂ ਦੀ ਬਾਰਡਰ ਲਾਈਨ ਬਣਦੀ ਹੈ ਜਿੱਥੇ ਇਹਨਾਂ ਦਾ ਮਿਲਾਪ ਹੁੰਦਾ ਹੈ। ਦਿਨ ਜਾ ਰਿਹਾ ਅਤੇ ਰਾਤ ਆ ਰਹੀ ਹੈ, ਵਿੱਚ ਗੈਪ ਨਹੀਂ ਹੁੰਦਾ। ਉਹ ਜਿਹੜੀ ਜਗ੍ਹਾ ਹੈ ਨਾ ਜਿੱਥੇ ਦਿਨ ਅਤੇ ਰਾਤ ਦਾ ਆਪਸੀ ਮਿਲਾਪ ਹੁੰਦਾ ਹੈ, ਉਸ ਨੂੰ ਸੰਧੀ ਜਾਂ ਸੰਧਿਆ ਸ਼ਬਦ ਉਹਦੇ ਲਈ ਵਰਤਦੇ ਨੇ। ਜਿਵੇਂ ਹੀ ਸੰਧਿਆ ਦਾ ਸਮਾਂ ਆਵੇ, ਫਿਰ ਅਸੀਂ ਕੀ ਕਰਨਾ ਹੈ? ਸਾਨੂੰ ਗੁਰੂ ਸਾਹਿਬਾਨ ਨੇ ਮਰਿਆਦਾ ਵਿੱਚ ਰਹਿਰਾਸ ਸਾਹਿਬ ਦਾ ਪਾਠ ਕਰਨ ਲਈ, ਸੋਦਰ ਦਾ ਪਾਠ ਕਰਨ ਲਈ ਹਿਦਾਇਤ ਕੀਤੀ ਹੈ। ਸੋ ਸੰਧਿਆ ਦੇ ਵਕਤ ਅਸੀਂ ਪਾਠ ਕਰਨਾ, ਪਰ ਇਹ ਅਸੂਲ ਹੈ ਕਿ ਲੰਗਰ ਛਕਣ ਤੋਂ ਪਹਿਲਾਂ ਕਰਨਾ। ਜੋ ਅਸੀਂ ਰਾਤ ਦਾ, ਸ਼ਾਮ ਦਾ ਭੋਜਨ ਕਰਦੇ ਹਾਂ,
ਉਸ ਤੋਂ ਪਹਿਲਾਂ ਕਰਨਾ। ਸੰਧਿਆ ਦਾ ਨਿਯਮ ਨਿਭਾ ਕੇ ਫਿਰ ਭੋਜਨ ਕਰਨਾ, ਰਾਤ ਦਾ ਪਰਿਵਾਰ ਨਾਲ ਬੈਠਣਾ, ਪਰਿਵਾਰਿਕ ਗੱਲਾਂ ਬਾਤਾਂ ਕਰਨੀਆਂ, ਸਵੇਰੇ ਅਸੀਂ ਕਿੱਧਰ ਨੂੰ ਜਾਣਾ ਹੈ, ਕੀ ਕੰਮ ਕਰਨਾ ਹੈ, ਕੀ ਨਹੀਂ ਕਰਨਾ, ਅੱਜ ਸਾਰਾ ਦਿਨ ਕੀ ਕੀਤਾ ਹੈ, ਕੋਈ ਗੁਰੂ ਕੀ ਬਾਣੀ ਦਾ ਬਚਨ ਕਰਨਾ, ਕੋਈ ਇਤਿਹਾਸਕ ਵਿਚਾਰ ਕਰਨੀ। ਕੁਝ ਸਮਾਂ ਇਸ ਢੰਗ ਨਾਲ ਅਸੀਂ ਬਿਤਾਉਂਦੇ ਹਾਂ, ਬਿਤਾਉਣਾ ਚਾਹੀਦਾ ਹੈ। ਪਰ ਅੱਜ ਉਹ ਸਾਡਾ ਸਮਾਂ ਜਿਹੜਾ ਸਾਡੇ ਪਰਿਵਾਰ ਨਾਲ ਬੈਠਣ ਦਾ ਸਮਾਂ ਸੀ, ਉਹ ਸਮਾਂ ਟੀਵੀ ਨੇ ਲੈ ਲਿਆ ਹੋਇਆ। ਇੱਧਰ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਅਸੀਂ ਸਮਾਂ ਉਹਨੂੰ ਦਿੱਤਾ ਹੈ, ਬੱਚੇ ਆਪਣੇ ਆਪਣੇ ਕਮਰੇ 'ਚ ਬੈਠੇ ਇਸ ਤਰ੍ਹਾਂ ਕਰੀ ਜਾ ਰਹੇ ਨੇ, ਅਸੀਂ ਟੀਵੀ ਅੱਗੇ ਬੈਠੇ ਹੋਏ ਹਾਂ, ਸਾਡੀ ਆਪਸ ਵਿੱਚ ਕੋਈ ਸਾਡਾ ਲਿੰਕ ਨਹੀਂ ਰਹਿ ਗਿਆ। ਸੋ ਇਹ ਸਮਾਂ ਸੀ ਪਰਿਵਾਰ ਦਾ ਇਕੱਠਿਆਂ ਬੈਠਣਾ, ਗੱਲਬਾਤ ਆਪਸ ਵਿੱਚ ਆਪਣੇ ਕੰਮ ਧੰਦੇ ਲਈ ਕਰਨੀ, ਗੁਰੂ ਕੀ ਬਾਣੀ ਦੇ ਵਿਚਾਰ ਕਰਨੀ, ਕੋਈ ਇਤਿਹਾਸਕ ਪਹਿਲੂ ਤੋਂ ਗੱਲਬਾਤ ਕਰਨੀ। ਇਹ ਸਮਾਂ ਸੰਭਾਲਣਾ ਸੰਧਿਆ ਇਸ ਨੂੰ ਆਖਦੇ ਨੇ। ਫਿਰ ਸਾਡਾ ਸੌਣ ਦਾ ਵਕਤ ਹੈ, ਉਸ ਨੂੰ ਅਸੀਂ ਰੈਣ ਆਖਦੇ ਹਾਂ, ਰਾਤ ਆਖਦੇ ਹਾਂ। ਅਤੇ ਉਸ ਵਕਤ ਸਾਨੂੰ ਗੁਰੂ ਸਾਹਿਬ ਨੇ ਆਖਿਆ ਸੋਹਿਲਾ ਸਾਹਿਬ ਦਾ ਪਾਠ ਕਰਨਾ। ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦਾ ਪਾਠ ਸਾਰੇ ਜਣੇ ਮਿਲ ਕੇ ਕਰ ਲਓ ਤਾਂ ਵੀ ਚੰਗਾ, ਨਹੀਂ ਤੇ ਆਪਣੇ ਆਪਣੇ ਬਿਸਤਰੇ 'ਤੇ ਜਾ ਕੇ ਇਕੱਲਾ ਇਕੱਲਾ ਜਣਾ ਕਰ ਲਓ ਤਾਂ ਵੀ ਉਹ ਚੱਲੇਗਾ, ਉਹ ਵੀ ਠੀਕ ਹੈ। ਸੋ ਇਹ 4 ਚੀਜ਼ਾਂ ਅਸੀਂ ਦਿਨ ਵਿੱਚ ਕਰਨੀਆਂ ਨੇ, ਸਵੇਰ ਤੋਂ ਲੈ ਕੇ ਰਾਤ ਤੱਕ। ਸੋਹਿਲਾ ਸਾਹਿਬ ਜੀ ਦਾ ਪਾਠ ਕਰਕੇ ਫਿਰ ਆਰਾਮ ਕਰਨ ਲਈ ਯਾਨੀ ਸੌਣ ਲਈ ਆਪਣੇ ਬਿਸਤਰੇ 'ਤੇ ਚਲੇ ਜਾਣਾ, ਤਾਂ ਕਿ ਅਸੀਂ ਜੋ ਸਾਰਾ ਦਿਨ ਕੰਮ ਕਾਜ ਕਰਕੇ ਸਰੀਰ ਨੂੰ ਥਕਾਵਟ ਹੋਈ ਏ, ਉਹ ਥਕਾਵਟ ਲੱਥ ਜਾਏ। ਜੋ ਕੁਦਰਤੀ ਨਿਯਮ ਹੈ, ਨੀਂਦ ਦਾ ਅਸੂਲ ਹੈ, ਉਹ ਨਿਯਮ ਵੀ ਪੂਰਾ ਹੋਵੇ ਅਤੇ ਅੰਮ੍ਰਿਤ ਵੇਲੇ ਅਸੀਂ ਫਿਰ ਤਰੋ ਤਾਜ਼ਾ ਹੋ ਕੇ ਉੱਠ ਕੇ ਅਤੇ ਆਪਣੇ ਨਿਯਮ ਮੁਤਾਬਕ ਫਿਰ ਚੱਲ ਸਕੀਏ। ਸੋ ਇਹ ਚੀਜ਼ਾਂ ਆਪਾਂ ਕਰਨੀਆਂ ਨੇ ਨਿਤ। ਇਸ ਨੂੰ ਨੇਮ ਕਲਾ ਆਖਦੇ ਨੇ। ਇਹ ਇੱਕ ਕਲਾ ਹੈ, ਜਿਹੜੇ ਮਨੁੱਖ ਨਿਯਮਬੱਧ ਜੀਵਨ ਜਿਉਂਦੇ ਨੇ, ਚਾਹੇ ਉਹ ਦੁਨਿਆਵੀ ਤੌਰ 'ਤੇ ਆ, ਚਾਹੇ ਉਹ ਅਧਿਆਤਮਿਕ ਤੌਰ 'ਤੇ ਆ, ਨਿਯਮਬੱਧ ਜੀਵਨ ਜਿਉਣ ਵਾਲਿਆਂ ਦਾ ਜੀਵਨ ਜਿਹੜਾ ਹੈ ਉਹ ਬੜਾ ਸੁਚੱਜਾ, ਸੁਹੇਲਾ ਅਤੇ ਸੌਖੇ ਢੰਗ ਨਾਲ ਬਤੀਤ ਹੁੰਦਾ ਹੈ। ਜਿਹੜੇ ਲੋਕ ਜੀਵਨ ਵਿੱਚ ਨਿਯਮ ਨਹੀਂ ਅਪਣਾਉਂਦੇ, ਮਨ ਮਰਜ਼ੀ ਕਰਦੇ ਨੇ, ਤੁਸੀਂ ਅੰਦਾਜ਼ਾ ਲਗਾਓ ਜਿਸ ਚੱਲ ਰਹੇ ਬ੍ਰਹਿਮੰਡ ਦੇ ਅੰਦਰ ਕੋਈ ਪਲੈਨਟ ਆਪਣੀ ਮਨ ਮਰਜ਼ੀ ਕਰੇ ਤਾਂ ਇੱਥੇ ਤੂਫਾਨ ਆ ਜਾਏਗਾ। ਕਿੰਨੇ ਵੱਡੇ ਵੱਡੇ ਐਕਸੀਡੈਂਟ ਬ੍ਰਹਿਮੰਡ ਵਿੱਚ ਹੋ ਸਕਦੇ ਨੇ ਜੇ ਕੋਈ ਇੱਕ ਜਣਾ ਇਹਨਾਂ ਤੋਂ ਕਾਨੂੰਨ ਦੀ ਉਲੰਘਣਾ ਕਰੇ ਤਾਂ। ਬਿਲਕੁਲ ਇਸੇ ਤਰ੍ਹਾਂ ਸਾਡਾ ਜੀਵਨ ਹੈ। ਜੇ ਅਸੀਂ ਨਿਯਮਾਂ ਦੀ ਉਲੰਘਣਾ ਕਰਾਂਗੇ ਤੇ ਸਾਡੇ ਜੀਵਨ ਵਿੱਚ ਵੀ ਉਹ ਘਟਨਾਵਾਂ ਘਟਣਗੀਆਂ ਜੋ ਦੁਖਦਾਈ ਹੁੰਦੀਆਂ ਨੇ। ਜੇ ਅਸੀਂ ਕਿਸੇ ਅਸੂਲ ਦੇ ਵਿੱਚ ਰਵਾਂਗੇ ਤੇ ਉਹ ਘਟਨਾਵਾਂ ਘਟਣਗੀਆਂ ਜਿਹੜੀਆਂ ਸੁਖਦਾਈ ਹੁੰਦੀਆਂ ਨੇ, ਜਿਨ੍ਹਾਂ ਨਾਲ ਸਾਡਾ ਜੀਵਨ ਸੁਚੱਜਾ ਬਤੀਤ ਹੋ ਸਕਦਾ ਹੈ। ਹੁਣ ਇਹ ਸੀ ਨੇਮ ਕਲਾ, ਤੇ ਇਸ ਨੂੰ ਮੈਂ ਨੇਮ ਕਲਾ ਨੂੰ ਨਿਤਨੇਮ ਨਾਲ ਜੋੜਨਾ ਚਾਹਿਆ। ਉਹ ਕਿਵੇਂ ਜੁੜਦਾ ਨਿਤਨੇਮ ਦੇ ਨਾਲ, ਆਓ ਅਸੀਂ ਥੋੜ੍ਹੀ ਜਿਹੀ ਵਿਚਾਰ ਕਰਦੇ ਹਾਂ ਸਮੇਂ ਦੇ ਵਿੱਚ ਰਹਿ ਕੇ। ਪੰਜਾਬੀ ਪੀਡੀਆ ਆਨਲਾਈਨ ਜਾ ਕੇ ਚੈੱਕ ਕਰਨਾ, ਉੱਥੇ ਬੜੇ ਕਮਾਲ ਦੇ ਸੋਹਣੇ ਸੋਹਣੇ ਬਚਨ ਸ਼ਬਦ ਲਿਖੇ ਹੋਏ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈਗੀ ਹੈ ਸਾਈਟ ਪੰਜਾਬੀ ਪੀਡੀਆ। ਉਹਨਾਂ ਨੇ ਲਿਖਿਆ ਨਿਤਨੇਮ ਦੇ ਸਿਰਲੇਖ ਹੇਠਾਂ, ਨਿਤਨੇਮ ਤੋਂ ਭਾਵ ਹੈ ਨਿਤ ਯਾਨੀ ਹਰ ਰੋਜ਼ ਧਰਮ ਅਨੁਸਾਰ ਕਰਨ ਯੋਗ ਕਰਮ ਦਾ ਨਿਯਮ, ਇਸ ਨੂੰ ਨਿਤਨੇਮ ਆਖਦੇ ਨੇ। ਸੋ ਜਿਹੜੀ ਚੀਜ਼ ਨਿਤਾਂ ਪ੍ਰਤੀ ਕੀਤੀ ਜਾਏ, ਨਿਯਮਬੱਧ ਤਰੀਕੇ ਨਾਲ ਕੀਤੀ ਜਾਏ, ਅਧਿਆਤਮਕ ਪਹਿਲੂ ਤੋਂ, ਇਹਦੇ ਕਈ ਲਾਭ ਨੇ ਤੇ ਸਾਨੂੰ ਇਹ ਕਰਨਾ ਚਾਹੀਦਾ। ਇਹ ਨਿਯਮ ਸਾਨੂੰ ਜ਼ਿੰਦਗੀ 'ਚ ਅਪਣਾਉਣਾ ਚਾਹੀਦਾ, ਜਿਸ ਨੂੰ ਆਪਾਂ ਹੁਣ ਨਿਤਨੇਮ ਆਖ ਰਹੇ ਹਾਂ। ਪਹਿਲਾਂ ਅਸੀਂ ਜ਼ਿੰਦਗੀ ਦੀਆਂ ਸਾਡੀਆਂ ਜੋ ਹੋਰ ਵੀ ਜ਼ਰੂਰਤਾਂ ਨੇ, ਕੰਮ ਧੰਦੇ ਕਰਨੇ ਨੇ, ਉਹਨਾਂ ਦੇ ਨਾਲ ਉਹਨਾਂ ਵੱਲ ਵੀ ਆਪਾਂ ਧਿਆਨ ਦਿੱਤਾ ਹੈ। ਹੁਣ ਅਸੀਂ ਨਿਤਨੇਮ ਵੱਲ ਧਿਆਨ ਦਿਆਂਗੇ। ਤੋ ਸਿੱਖ ਦਾ ਨਿਤਨੇਮ ਕੀ ਹੈ, ਆਓ ਇਸ ਨੂੰ ਸਮਝਦੇ ਹਾਂ। ਪਹਿਲੀ ਗੱਲ, ਨਿਤਨੇਮ ਇਹ ਗੱਲ ਸਮਝ ਲੈਣੀ ਕਿ ਜੋ ਨਿਤਾ ਪ੍ਰਤੀ ਕਰੀਏ, ਧਰਮ ਅਨੁਸਾਰ ਕਰਨ ਯੋਗ ਕਰਮ ਦਾ ਜੋ ਨਿਯਮ ਹੈ, ਉਸ ਨੂੰ ਨਿਤਨੇਮ ਆਖਿਆ ਜਾਂਦਾ ਹੈ। ਨਿਤਨੇਮ ਪੁਰਾਣੇ ਸਮੇਂ ਤੋਂ ਮੈਂ ਤਕਰੀਬਨ 10-12 ਇਤਿਹਾਸਕਾਰਾਂ ਦੀਆਂ ਉਹ ਲਿਖਤਾਂ ਫੋਲੀਆਂ ਨੇ,
ਤੇ ਨਿਤਨੇਮ ਸਿੱਖਾਂ ਦਾ ਇੱਕ ਨਹੀਂ ਮੈਨੂੰ ਲੱਭਿਆ, ਵੱਖ-ਵੱਖ ਨੇ। ਤੇ ਮੈਂ 2 ਕੁ ਜਣਿਆਂ ਦਾ ਲਿਖ ਕੇ ਲਿਆਂਦਾ ਤੁਹਾਡੇ ਰੂਬਰੂ ਕਰਨ ਲਈ। ਤੇ ਫਿਰ ਆਪਾਂ ਸਿੱਖ ਰਹਿਤ ਮਰਿਆਦਾ 'ਚ ਕੀ ਲਿਖਿਆ ਉਹ ਕਰਾਂਗੇ। ਤੇ ਅਖੀਰ ਤੇ ਆਪਾਂ ਵੇਖਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਹੜਾ ਨਿਤਨੇਮ ਕਰਨ ਦੀ ਹਿਦਾਇਤ ਕਰਦੇ ਨੇ। ਇਹ ਹੈ ਰਹਿਤਨਾਮਾ ਭਾਈ ਨੰਦ ਲਾਲ ਜੀ। ਇਸ ਵਿੱਚ ਉਹ ਲਿਖਦੇ ਨੇ, ਗੁਰਸਿੱਖ ਰਹਿਤ ਸੁਨੋ ਮੇਰੇ ਮੀਤ, ਉੱਠ ਪ੍ਰਭਾਤ ਕਰੇ ਹਿਤ ਚੀਤ। ਪ੍ਰਭਾਤ ਉੱਠਣਾ ਜਿਹੜਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਕਰੇ ਕੀ? ਵਾਹਿਗੁਰੂ ਪੁੰਨ ਮੰਤਰ ਸੋ ਜਾਪ। ਉੱਠ ਕੇ, ਪੁੰਨ ਮੈਨੇ ਫਿਰ ਉੱਠਣ ਤੋਂ ਬਾਅਦ ਵਾਹਿਗੁਰੂ ਮੰਤਰ ਦਾ ਜਾਪ ਆਰੰਭ ਕਰ ਦੇਵੇ। ਕਰ ਇਸ਼ਨਾਨ ਪੜ੍ਹੇ ਜਪ ਜਾਪ। ਇਸ਼ਨਾਨ ਪਾਣੀ ਕਰਕੇ ਸਿਮਰਨ ਕਰਨ ਤੋਂ ਬਾਅਦ ਜਪਜੀ ਸਾਹਿਬ ਤੇ ਜਾਪ ਸਾਹਿਬ ਦਾ ਪਾਠ ਕਰੇ। ਇਹਨਾਂ ਨੇ ਇਹ 2 ਹੀ ਪਾਠ ਲਿਖੇ ਨੇ ਇਸ ਜਗ੍ਹਾ ਤੇ ਜਿੱਥੋਂ ਆਪਾਂ ਇਹ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ 'ਚੋਂ ਇਹ ਪੰਕਤੀਆਂ ਲਈਆਂ ਨੇ। ਅਗਲਾ ਬਚਨ ਹੈ ਰਹਿਤਨਾਮਾ ਭਾਈ ਚੌਪਾ ਸਿੰਘ ਛਿੱਬਰ ਦਾ। ਉਹ ਕੀ ਲਿਖਦੇ ਨੇ? ਜੋ ਗੁਰੂ ਕਾ ਸਿੱਖ ਹੋਏ ਸੋ ਪ੍ਰਾਤਾ ਸਮੇਂ ਇਸ਼ਨਾਨ ਅਥਵਾ 5 ਇਸ਼ਨਾਨ ਕਰੇ। ਪਹਿਲੀ ਗੱਲ। ਦੂਜੀ ਇਹ ਉਹਨਾਂ ਲਿਖੀਏ 5 ਵੇਰੀ ਜਪਜੀ ਪੜ੍ਹੇ, ਉਪਰੰਤ ਹੋਰ ਬਾਣੀ ਕੰਠ ਹੋਏ ਸੋ ਪੜ੍ਹੇ। ਉਹਨਾਂ ਨੇ ਇੱਥੇ ਲਿਖਿਆ ਹੈ ਕਿ ਜਪਜੀ ਸਾਹਿਬ 5 ਵਾਰੀ ਪੜ੍ਹਿਆ ਜਾਏ ਸਵੇਰੇ ਰੋਜ਼ ਉੱਠ ਕੇ। ਤੇ ਹੋਰ ਜਿੰਨੀ ਬਾਣੀ ਕੰਠ ਹੋਵੇ, ਯਾਦ ਹੋਵੇ, ਉਹਦਾ ਵੀ ਅਭਿਆਸ ਕਰੇ ਜਾਂ ਪੋਥੀ ਤੋਂ ਪੜ੍ਹੇ। ਇਹਦਾ ਮਤਲਬ ਇਹ ਹੀ ਹੈ। ਸੋ ਮੇਰਾ ਕਹਿਣ ਤੋਂ ਮਤਲਬ ਹੈ ਕਿ ਅਸੀਂ 2 ਬੜੇ ਪੁਰਾਣੇ ਸਿੱਖਾਂ ਦੇ ਰਹਿਤਨਾਮੇ ਵੇਖੇ ਨੇ ਤੇ ਦੋਵਾਂ ਦਾ ਆਪਸ ਵਿੱਚ ਕਿਹੜੀ ਬਾਣੀ ਪੜ੍ਹਨੀ ਹੈ, ਕਿਹੜਾ ਨਿਤਨੇਮ ਕਰਨਾ ਹੈ, ਗੱਲ ਮੇਲ ਨਹੀਂ ਖਾਂਦੀ। ਅੱਗੇ ਹੈ ਸਿੱਖ ਰਹਿਤ ਮਰਿਆਦਾ, ਜਿਹੜੀ 1942 ਯਾਨੀ 20ਵੀਂ ਸਦੀ ਦੇ 5ਵੇਂ ਦਹਾਕੇ ਵਿੱਚ ਬਣਾਈ ਗਈ। ਉਹਦੇ ਵਿੱਚ ਲਿਖਿਆ ਹੈ ਜਪ ਜਾਪ 10 ਸਵਈਏ ਸੋਦਾ ਰਹਿ ਰਾਸ ਤੇ ਸੋਹਿਲਾ। ਇਹ 5 ਬਾਣੀਆਂ ਦਾ ਪਾਠ ਕਰਨ ਦੀ ਹਦਾਇਤ ਉਹਦੇ 'ਚ ਕੀਤੀ ਗਈ ਹੈ। ਜਪ ਜਾਪ 10 ਸਵਈਏ ਸਵੇਰੇ ਪੜ੍ਹਨ ਲਈ ਆਖਿਆ ਗਿਆ ਹੈ, ਰਹਿ ਰਾਸ ਸ਼ਾਮ ਨੂੰ ਪੜ੍ਹਨ ਲਈ ਆਖਿਆ ਗਿਆ ਤੇ ਸੋਹਿਲਾ ਰਾਤ ਨੂੰ ਪੜ੍ਹਨ ਦੀ ਪ੍ਰੇਰਨਾ ਕੀਤੀ ਗਈ ਹੈ। ਅੱਗੇ ਉਹਨਾਂ ਨੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ। ਸੋ ਸਹਿਜ ਪਾਠ ਅਸੀਂ ਜਾਰੀ ਰੱਖਣਾ ਚਾਹੀਦਾ ਹਰ ਸਿੱਖ ਨੂੰ। ਜਿੰਨਾ ਵੱਧ ਤੋਂ ਵੱਧ ਹੋ ਸਕੇ ਸਾਨੂੰ ਪਾਠ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕਰਨਾ ਚਾਹੀਦਾ। ਸੋ ਇਹ 3 ਸਾਡੇ ਕੋਲ ਲਿਖਤਾਂ ਨੇ 2 ਰਹਿਤਨਾਮਿਆਂ ਵਿੱਚੋਂ, ਤੇ ਇਹ ਵੀ ਰਹਿਤਨਾਮਾ ਹੀ ਜਿਹਨੂੰ ਅਸੀਂ ਰਹਿਤ ਮਰਿਆਦਾ ਆਖਦੇ ਹਾਂ। ਸੋ ਇਹਨਾਂ ਵਿੱਚ ਵੱਖ-ਵੱਖ ਪਾਠ ਕਰਨ ਦੀ ਹਦਾਇਤ ਕੀਤੀ ਗਈ ਹੈ। ਸੋ ਸਾਨੂੰ ਹੁਣ ਮੰਨਣਾ ਇਹਨਾਂ 'ਚੋਂ ਕਿਹੜਾ ਚਾਹੀਦਾ ਹੈ। ਪਹਿਲੀ ਗੱਲ ਤੇ ਸਾਨੂੰ ਸਿੱਖ ਰਹਿਤ ਮਰਿਆਦਾ ਹੀ ਮੰਨਣੀ ਚਾਹੀਦੀ ਹੈ। ਪਰ ਇਸ ਤੋਂ ਇੱਕ ਅਗਲੀ ਗੱਲ ਮੈਂ ਕਰਨਾ ਚਾਹਾਂਗਾ, ਜੋ ਮੇਰਾ ਆਪਣਾ ਪਰਸਨਲ ਵਿਚਾਰ ਹੈ। ਤੁਹਾਨੂੰ ਠੀਕ ਲੱਗੇ ਮੰਨਣਾ, ਨਾ ਠੀਕ ਲੱਗੇ ਛੱਡ ਦੇਣਾ, ਮੇਰੀ ਗੱਲ ਮੇਰੇ ਕੋਲ ਰਹਿਣ ਦੇਣਾ। ਉਹ ਕੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਿਤਨੇਮ ਬਣਾਇਆ ਸਿੱਖ ਦਾ, ਤੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਕਾਂ ਉੱਤੇ ਦਰਜ ਕੀਤਾ ਹੋਇਆ ਹੈ। ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤੁਸੀਂ ਪੜ੍ਹੋਗੇ ਤੇ ਸ਼ੁਰੂ ਤੋਂ ਲੈ ਕੇ ਪੇਜ ਨੰਬਰ 1 ਤੋਂ ਪੇਜ ਨੰਬਰ 8 ਤੱਕ ਜਪਜੀ ਸਾਹਿਬ ਜੀ ਦਾ ਪਾਠ ਲਿਖਿਆ ਹੈ। ਉਸ ਪਾਠ ਨੂੰ ਸਵੇਰੇ ਕਰਨਾ। ਇਹ ਪਾਠ ਗੁਰੂ ਅਰਜਨ ਦੇਵ ਮਹਾਰਾਜ ਤੱਕ ਗੁਰੂ ਨਾਨਕ ਦੇਵ ਜੀ ਨੇ ਜਦੋਂ ਜਪਜੀ ਸਾਹਿਬ ਦਾ ਖਰੜਾ ਤਿਆਰ ਕੀਤਾ, ਉਸ ਤੋਂ ਬਾਅਦ ਰੋਜ਼ਾਨਾ ਸਿੱਖ ਸਵੇਰੇ ਪੜ੍ਹਦੇ ਸਨ। ਇਸ ਦਾ ਹਵਾਲਾ ਭਾਈ ਗੁਰਦਾਸ ਜੀ ਨੇ ਦਿੱਤਾ ਹੈ। ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਉਸ ਵੇਲੇ ਸਿੱਖ ਕਰਦੇ ਸਨ। ਸੰਧਿਆ ਸਮੇਂ ਸੁਣੇ ਰਹਿ ਰਾਸ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਆਰਤੀ ਸੋਹਿਲਾ ਗਾਵੀ ਹੈ। ਰਾਤ ਨੂੰ ਆਰਤੀ ਦਾ ਸੋਹਿਲਾ ਸਾਹਿਬ ਦਾ ਪਾਠ ਕਰਨਾ। ਭਾਵੇਂ ਗੁਰੂ ਨਾਨਕ ਸਾਹਿਬ ਦੇ ਵੇਲੇ ਇੱਕੋ ਹੀ ਸ਼ਬਦ ਸੀ ਸੋਦਰ ਦਾ ਤੇ ਇੱਕੋ ਹੀ ਸ਼ਬਦ ਸੀ ਸੋਹਿਲੇ ਦਾ। ਗਗਨ ਮੈਂ ਥਾਲ ਵਾਲਾ ਹੋਰ ਹੈ ਨਹੀਂ ਸੀ, ਜੋ ਸੀ ਉਹ ਹੀ ਕਰਨਾ ਸੀ। ਪਰ 5ਵੇਂ ਗੁਰੂ ਜੀ ਦੇ ਵੇਲੇ
ਸਾਡੇ ਪਾਸ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖੇ ਨੇ ਸ਼ਬਦ, ਜਪਜੀ ਸਾਹਿਬ ਜੀ ਤੋਂ ਬਾਅਦ ਸਿੱਖ ਦਾ ਜੋ ਨਿਤਨੇਮ ਹੈ ਉਹ ਹੈ 5 ਸ਼ਬਦ ਜੋ 100 ਦਰ ਦੇ ਸਿਰਲੇਖ ਥੱਲੇ ਦਰਜ ਨੇ। ਉਸ ਤੋਂ ਅਗਲਾ ਹੈ 100 ਪੁਰਖ। ਸਿਰਲੇਖ ਇਹ 2 ਨੇ, ਇੱਕ 100 ਦਰ ਤੇ ਇੱਕ 100 ਪੁਰਖ। ਉਸ 100 ਪੁਰਖ ਦੇ ਸਿਰਲੇਖ ਹੇਠਾਂ 4 ਸ਼ਬਦ ਦਰਜ ਨੇ। ਇਹ 9 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਤੋਂ ਤੇ ਸੋਹਲੇ ਤੋਂ ਪਹਿਲਾਂ, ਜਪਜੀ ਤੋਂ ਬਾਅਦ ਤੇ ਸੋਹਲੇ ਤੋਂ ਪਹਿਲਾਂ ਵਿਚਕਾਰ ਦਰਜ ਨੇ। ਇਹ 9 ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਤੱਕ ਸ਼ਾਮ ਦਾ ਨਿਤਨੇਮ ਅਖਵਾਉਂਦੇ ਸਨ। ਸੌਣ ਲੱਗਿਆਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ, ਉਸ ਨੂੰ ਸੋਹਿਲਾ ਹੀ ਲਿਖਿਆ ਹੋਇਆ ਉੱਥੇ। ਸੋਹਿਲਾ ਸਾਹਿਬ ਦੇ ਸਿਰਲੇਖ ਹੇਠਾਂ 5 ਸ਼ਬਦ ਨੇ ਜੋ ਪੇਜ ਨੰਬਰ 13 ਤੇ ਪੂਰੇ ਹੋ ਜਾਂਦੇ ਨੇ। ਸੋ ਇਹ ਪਾਠ, ਇਹ ਨਿਤਨੇਮ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਤੱਕ ਹੁੰਦਾ ਸੀ। ਉਸ ਤੋਂ ਬਾਅਦ ਕੀ ਤਬਦੀਲੀਆਂ ਆਈਆਂ ਪਤਾ ਨਹੀਂ, ਆਈਆਂ ਜ਼ਰੂਰ ਨੇ, ਪਰ ਇੱਕ ਗੱਲ ਹਮੇਸ਼ਾ ਚੇਤਾ ਰੱਖਣ ਵਾਲੀ ਏ ਕਿ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਆਦਿ ਬੀੜ ਦੇ ਅੰਦਰ, ਜਿਸ ਨੂੰ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਆਖਦੇ ਹਾਂ, ਉਸ ਆਦਿ ਬੀੜ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਦਰਜ ਕੀਤਾ ਜਾਂ ਕਰਵਾਇਆ ਭਾਈ ਮਣੀ ਸਿੰਘ ਜੀ ਪਾਸੋਂ। ਉਹਨਾਂ ਨੇ ਕੋਈ ਹੋਰ ਬਾਣੀ ਨਿਤਨੇਮ ਦੇ ਵਿੱਚ ਨਹੀਂ ਪਾਈ, ਉਹੋ ਹੀ ਰਹਿਣ ਦਿੱਤੀ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਤ ਲਿਖੀ ਸੀ। ਉਸ ਨੂੰ ਉਹਨਾਂ ਨੇ ਬਿਲਕੁਲ ਇੱਕ ਅੱਖਰ ਵੀ ਅੱਗੇ ਪਿੱਛੇ ਨਹੀਂ ਕੀਤਾ, ਉਸ ਨੂੰ ਨਹੀਂ ਹਿਲਾਇਆ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੇ ਨਹੀਂ ਕੀਤਾ ਤੇ ਇਹਦਾ ਮਤਲਬ ਇਹ ਠੀਕ ਹੀ ਹੈ। ਫਿਰ ਸਾਨੂੰ ਇੱਧਰ ਉੱਧਰ ਭੱਜਣ ਦੀ ਕਿਉਂ ਲੋੜ ਪੈ ਗਈ? ਇਹ ਵਿਚਾਰ ਦਾ ਵਿਸ਼ਾ ਹੈ ਔਰ ਇਹ ਵਿਦਵਾਨਾਂ ਨੂੰ ਬੈਠ ਕੇ ਇਹਦੇ ਉੱਤੇ ਸੰਮਤੀ ਕਰਨੀ ਚਾਹੀਦੀ ਹੈ। ਮੇਰੇ ਇੱਕ ਜਣੇ ਦੇ ਆਖਣ ਨਾਲ ਨਾ ਕੋਈ ਘੱਟ ਹੋਣ ਲੱਗਾ, ਨਾ ਕੋਈ ਵੱਧ ਹੋਣ ਲੱਗਾ, ਕੁਝ ਵੀ ਫਰਕ ਨਹੀਂ ਪੈਣ ਵਾਲਾ। ਸਿਰਫ ਮੈਂ ਤੁਹਾਨੂੰ ਆਪਣੀ ਵਿਚਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਉਹਦੇ ਤੋਂ ਜਾਣੂ ਕਰਵਾਇਆ ਹੈ। ਮੈਂ ਨਹੀਂ ਕਹਿੰਦਾ ਵੀ ਤੁਸੀਂ ਇਹ ਕਰੋ, ਉਹ ਕਰੋ, ਆਹ ਨਾ ਕਰੋ, ਇਹ ਨਹੀਂ ਕੋਈ ਵੀ ਗੱਲ। ਜੋ ਤੁਸੀਂ ਕਰਨਾ ਕਰੋ, ਪਰ ਮੇਰਾ ਵਿਚਾਰ ਹੈ ਕਿ ਸਾਨੂੰ ਜੀਵਨ ਦੇ ਅੰਦਰ ਭਾਈ ਮਣੀ ਸਿੰਘ ਨੇ ਜਿਹੜੀ ਨੇਮ ਕਲਾ ਸਾਨੂੰ ਲਿਖ ਕੇ ਦਿੱਤੀ ਹੈ, ਇਹਦਾ ਮਤਲਬ ਹੈ ਕਿ ਸਾਨੂੰ ਜੀਵਨ ਦੇ ਅੰਦਰ ਕੋਈ ਨਿਯਮ ਧਾਰਨ ਕਰਨੇ ਚਾਹੀਦੇ ਨੇ ਤੇ ਉਹਨਾਂ ਨਿਯਮਾਂ ਦੀ ਫਿਰ ਉਲੰਘਣਾ ਸਾਨੂੰ ਨਹੀਂ ਕਰਨੀ ਚਾਹੀਦੀ। ਸੋ ਇੰਨੇ ਕੀ ਬਚਨ ਨੇ। ਅੱਗੇ ਮੈਂ 2-3 ਚੀਜ਼ਾਂ ਹੋਰ ਲਿਆਂਦੀਆਂ ਸਨ ਪਰ ਸਮਾਂ ਸਾਥ ਨਹੀਂ ਦਿੰਦਾ, ਪੂਰਾ ਹੋ ਗਿਆ ਹੈ। ਇਸ ਲਈ ਆਪਾਂ ਉਹ ਚੀਜ਼ਾਂ, ਅਗਲੀ ਕਲਾ ਅਸੀਂ ਜਤ ਕਲਾ ਕਰਨੀ ਹੈ, ਉਹਦੇ ਵਿੱਚ ਜਿਹੜੇ ਅਗਲੇ ਬਚਨ ਨੇ ਇਹ ਗੁਰੂ ਕੀ ਬਾਣੀ ਵਿੱਚੋਂ, ਚੌਥੇ ਪਾਤਸ਼ਾਹ ਦੀ ਬਾਣੀ ਚੋਂ ਮੈਂ ਲਏ ਨੇ। ਇੱਥੋਂ ਤੁਹਾਡੇ ਨਾਲ ਸ਼ੁਰੂ ਕਰਕੇ ਤੇ ਫਿਰ ਆਪਾਂ ਅੱਗੇ ਜਤ ਦੀ ਗੱਲ ਕਰਾਂਗੇ। ਅੱਜ ਇੰਨੀ ਗੱਲ ਹੀ ਤੁਸੀਂ ਧਿਆਨ ਵਿੱਚ ਰੱਖੋ ਕਿ ਅਸੀਂ ਆਪਣੇ ਜੀਵਨ ਵਿੱਚ ਕੁਝ ਅਸੂਲ ਬਣਾਈਏ, ਕੁਝ ਨਿਯਮ ਜਿਵੇਂ ਅਸੀਂ ਬਾਹਰ ਕੰਮਾਂ ਧੰਦਿਆਂ ਦੇ ਬਣਾਏ ਨੇ, ਇਸੇ ਤਰ੍ਹਾਂ ਅਧਿਆਤਮਿਕਤਾ ਦੇ ਬਣਾਈਏ। ਇੰਨੇ ਵਜੇ ਅਸੀਂ ਉੱਠਣਾ ਹੈ, ਇਸ਼ਨਾਨ ਪਾਣੀ ਕਰਕੇ ਨਾਮ ਸਿਮਰਨ ਕਰਨਾ ਹੈ, ਬਾਣੀ ਦਾ ਪਾਠ ਕਰਨਾ ਹੈ, ਸਾਰਾ ਦਿਨ ਧਰਮ ਦੀ ਕਿਰਤ ਕਰਦਿਆਂ ਰੱਬ ਨੂੰ ਚੇਤੇ ਰੱਖਣਾ ਹੈ, ਭੁਲਾਉਣਾ ਨਹੀਂ। ਸ਼ਾਮ ਨੂੰ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ, ਸੌਣ ਲੱਗਿਆਂ ਸੋਹਲੇ ਜੀ ਦਾ ਪਾਠ ਕਰਕੇ ਫਿਰ ਆਰਾਮ ਵਾਲੀ ਅਵਸਥਾ ਵਿੱਚ ਜਾਣਾ ਹੈ। ਜੇ ਇਹ ਚੀਜ਼ਾਂ ਸਾਡੇ ਜੀਵਨ ਵਿੱਚ ਆ ਜਾਣ, ਕੁਝ ਅਜਿਹੇ ਅਸੀਂ ਨਿਯਮ ਘੜ ਲਈਏ ਤੇ ਸਾਡਾ ਜੀਵਨ ਸੁਚੱਜਾ, ਸੁਹੇਲਾ ਤੇ ਬੜਾ ਆਸਾਨੀ ਨਾਲ ਬਤੀਤ ਹੋ ਸਕਦਾ ਹੈ। ਅੱਜ ਤੁਸੀਂ ਇਹ ਨਿਕ ਵਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।